ਵਾਹਿਗੁਰੂ ਸਾਹਿਬ ਜੀ। ਤੂੰ ਸਮਰੱਥ ਅਕਥ ਅਗੋਚਰ, ਜਿਉ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ। ਰਹਿਮ ਤੇਰੀ ਸੁਖ ਪਾਇਆ ਸਦਾ। ਨਾਨਕ ਕੀ ਅਰਦਾਸ। ਵਾਹਿਗੁਰੂ ਜੀ। ਫਰੀਦਾ ਰਾਤੀ ਵੱਡੀਆਂ, ਧੁਖ ਧੁਖ ਉੱਠਣ ਪਾਸ। ਤਿਗ ਤਿਨਾਂ ਦਾ ਜੀਵਿਆ, ਜਿਨ੍ਹਾਂ ਵਿਡਾਣੀ ਆਸ। ਤਿਗ ਤਿਨਾਂ ਦਾ ਜੀਵਿਆ, ਜਿਨ੍ਹਾਂ ਵਿਡਾਣੀ ਆਸ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਨਾਮ ਬਾਣੀ ਕੇ ਬੋਹਿਤ ਹਲਤ ਪਲਤ ਸਵਾਰ ਦੇਣ ਵਾਲੇ ਗਰੀਬ ਨਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਸਤਿਕਾਰਯੋਗ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਘੜੀਆਂ ਸੁਭਾਗ ਹੋਈਆਂ ਹਨ। ਆਓ ਜਿਤਨੇ ਵੀ ਮਾਈ ਭਾਈ ਜਨ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹੋ, ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਸੁਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਸਰਬੱਤ ਸੰਗਤ ਸੰਗਤੀ ਰੂਪ ਦੇ ਵਿੱਚ ਰਲ ਕੇ ਗੁਰੂ ਫਤਿਹ ਨਾਲ ਸਾਂਝ ਕਰੋ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਹੇ। ਇੱਕੋ ਵਾਰੀ ਕਹਿਣ ਤੇ ਸਰਬੱਤ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਜੀਵਨ ਦਾ ਅਸਲੀ ਮਾਰਗ ਸਾਨੂੰ ਦਰਸਾਉਂਦਿਆਂ ਭੁੱਲਿਆਂ ਭਟਕਿਆਂ ਨੂੰ ਬਾਹਾਂ ਤੋਂ ਪਕੜ ਕੇ ਸੱਚ ਦੇ ਮਾਰਗ ਤੇ ਤੋਰਦਿਆਂ ਵੱਖ-ਵੱਖ ਉਦਾਹਰਨਾਂ, ਵੱਖ-ਵੱਖ ਦਲੀਲਾਂ ਦੇ ਕੇ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਸ਼ਬਦਾਂ ਦੇ ਰਾਹੀਂ ਸਾਡੇ ਇਸ ਮਨੁੱਖਾ ਜੀਵਨ ਨੂੰ ਹੋਰ ਵੀ ਮਹੱਤਵਪੂਰਨ ਬਣਾਉਣ ਦਾ ਯਤਨ ਕੀਤਾ ਹੈ। ਜਿੱਥੇ ਦੁਨੀਆ ਦੇ ਅੰਦਰ ਰਹਿੰਦਿਆਂ ਇਸ ਸਮਾਜਿਕ ਜੀਵ ਨੂੰ ਸਤਿਗੁਰੂ ਮਹਾਰਾਜ ਨੇ ਉਦਮਸ਼ੀਲ ਬਣਾਇਆ ਹੈ। ਬੜੀ ਵੱਡੀ ਪ੍ਰੇਰਨਾ ਬਾਣੀ ਦੇ ਅੰਦਰ ਦਿੱਤੀ ਹੈ, ਤੂੰ ਉਦਮੀ ਬਣਨਾ ਹੈ। ਤੇਰੇ ਜੀਵਨ ਵਿੱਚ ਧਰਮ ਵੀ ਐਸਾ ਹੋਵੇ ਕਿ ਉਹ ਉਦਮ ਵਾਲਾ ਹੋਵੇ। ਕਿਧਰੇ ਐਸਾ ਨਾ ਹੋਵੇ ਕਿ ਤੂੰ
ਧਰਮੀ ਹੋਣ ਦਾ ਦਾਅਵਾ ਵੀ ਕਰੇ ਤੇ ਆਲਸ ਤੇਰੇ ਜੀਵਨ ਦਾ ਖਹਿੜਾ ਨਾ ਛੱਡੇ। ਮਹਾਰਾਜ ਕਹਿੰਦੇ ਜੀਵਨ ਨੂੰ ਉਦਮੀ ਬਣਾਉਣਾ ਸਭ ਤੋਂ ਪਹਿਲੀ ਧਰਮ ਦੀ ਨਿਸ਼ਾਨੀ ਹੈ। ਉਦਮਸ਼ੀਲ ਹੋਣਾ, ਹਰ ਇੱਕ ਪੱਖ ਤੇ ਆਪਣੇ ਆਪ ਨੂੰ ਨਿਜ ਨੂੰ ਪੜ੍ਹ ਕੇ ਚੱਲਣਾ। ਜੋ ਵਿਅਕਤੀ, ਜੋ ਮਨੁੱਖ ਆਪਣੇ ਨਿਜ ਨੂੰ ਪੜ੍ਹ ਕੇ ਚੱਲਦੇ ਨੇ, ਜਿਨ੍ਹਾਂ ਨੂੰ ਅੰਤਰ ਆਤਮਾ ਪੜ੍ਹਨਾ ਆ ਗਿਆ, ਉਹ ਸੰਸਾਰ ਦੇ ਅੰਦਰ ਬੁੱਧੀਜੀਵੀ ਧਰਮੀ ਤੇ ਭਗਤ ਜਨ ਅਖਵਾਉਂਦੇ ਨੇ, ਜਿਨ੍ਹਾਂ ਨੇ ਆਪਣੇ ਅੰਤਰ ਆਤਮੇ ਨੂੰ ਪੜ੍ਹ ਕੇ ਸੰਸਾਰ ਦੇ ਅੰਦਰ ਇਸ ਪੈਂਡੇ ਨੂੰ ਤੈਅ ਕੀਤਾ, ਜੀਵਨ ਮਾਰਗ ਦੇ ਇਸ ਪੈਂਡੇ ਲੰਬੇਰੇ ਨੂੰ ਤੈਅ ਕੀਤਾ ਬੜੇ ਸੁੰਦਰ ਤਰੀਕੇ ਨਾਲ। ਸਤਿਗੁਰੂ ਮਹਾਰਾਜ ਨੇ ਅੱਜ ਦਾ ਜਿਹੜਾ ਸ਼ਲੋਕ ਬਾਣੀ ਦੇ ਵਿੱਚੋਂ ਸਾਨੂੰ ਬਖਸ਼ਿਸ਼ ਕੀਤਾ ਹੈ, ਭਗਤ ਫਰੀਦ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਉਚਾਰਨ ਕੀਤੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1379 ਦੇ ਉੱਪਰ ਸੁਭਾਏਮਾਨ ਹਨ ਔਰ ਲੜੀਵਾਰ ਸ਼ਲੋਕਾਂ ਦੇ ਵਿੱਚੋਂ ਇਹ 21 ਨੰਬਰ ਸ਼ਲੋਕ ਸ਼ੇਖ ਫਰੀਦ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਭਗਤ ਜੀ ਨੇ ਬੜੇ ਸੁੰਦਰ ਤੇ ਬਾਖੂਬੀ ਤਰੀਕੇ ਦੇ ਨਾਲ ਜੋ ਵਿਚਾਰ ਬਖਸ਼ਿਸ਼ ਕੀਤੀ ਹੈ। ਫਰੀਦਾ ਰਾਤੀ ਵੱਡੀਆਂ ਧੁਖ ਧੁਖ ਉੱਠਣ ਪਾਸ, ਤਿੱਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਸਾਡੇ ਭਾਈਚਾਰੇ ਦੇ ਵਿੱਚ, ਲੋਕ ਬੋਲੀ ਦੇ ਵਿੱਚ ਇਹਨਾਂ ਸ਼ਲੋਕਾਂ ਨੂੰ ਕਈ ਵਾਰੀ ਆਮ ਮੁਹਾਵਰੇ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ। ਅਸਲੀਅਤ ਹੈ ਵੀ ਉਹ ਬੋਲੀ, ਉਹ ਭਾਸ਼ਾ ਜਿਹਨੂੰ ਮੁਹਾਵਰੇ ਦੇ ਤੌਰ ਤੇ ਵਰਤਿਆ ਜਾਂਦਾ ਹੋਵੇ, ਉਸ ਭਾਸ਼ਾ ਦਾ, ਉਸ ਬੋਲੀ ਦਾ ਵਿਕਾਸ ਹੋਣਾ, ਉਸ ਬੋਲੀ ਦਾ, ਉਸ ਭਾਸ਼ਾ ਦਾ ਦਿਨ ਰਾਤ ਵਿਕਾਸ ਹੁੰਦਾ ਹੈ ਤੇ ਉਹਦਾ ਵਿਕਾਸ ਹੋਣਾ ਇੱਕ ਸੁਭਾਵਿਕ ਬਣ ਜਾਂਦਾ, ਕਿਉਂਕਿ ਹਰ ਵਿਅਕਤੀ ਉਸ ਬੋਲੀ ਦੇ ਸ਼ਬਦ, ਉਸ ਬੋਲੀ ਦੇ ਮੁਹਾਵਰੇ ਨਿਤ ਦੀ ਜੀਵਨ ਵਿੱਚ, ਨਿਤਾ ਪ੍ਰਤੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਵਾਕਾਂ ਦੇ ਤੌਰ ਤੇ ਵਰਤਦਾ ਹੈ ਜਾਂ ਮੁਹਾਵਰਿਆਂ ਦੇ ਤੌਰ ਤੇ ਵਰਤਦਾ ਹੈ। ਭਗਤ ਫਰੀਦ ਸਾਹਿਬ ਜੀ ਦੇ ਬਹੁਤ ਸਾਰੇ ਸ਼ਲੋਕ ਨੇ ਜਿਹੜੇ ਸਾਡੇ ਆਮ ਬੋਲੀ ਦੇ ਵਿੱਚ, ਮੁਹਾਵਰਿਆਂ ਦੇ ਵਿੱਚ ਵਰਤੇ ਜਾਂਦੇ ਨੇ। ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹਾ ਅੱਗ, ਜਾਂ ਫਿਰ ਇਹ ਵੀ ਸ਼ਲੋਕ ਪੜ੍ਹਿਆ ਜਾਂਦਾ ਹੈ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਇਸੇ ਕੜੀ ਦੇ ਵਿੱਚ ਜਿਹੜਾ ਮੈਂ ਸ਼ਲੋਕ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਇਹ ਵੀ ਆਮ ਤੌਰ ਤੇ ਲੋਕ ਬੋਲੀ ਦੇ ਵਿੱਚ ਇਹ ਮੁਹਾਵਰੇ ਵਰਤੇ ਜਾਂਦੇ ਨੇ। ਮੁਹਾਵਰਿਆਂ ਦੇ ਰੂਪ ਵਿੱਚ ਇਸ ਬਾਣੀ ਦੇ ਸ਼ਲੋਕ ਨੂੰ ਵਰਤਿਆ ਜਾਂਦਾ ਹੈ। ਤਿੱਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਵਿਡਾਣੀ ਦਾ ਅਰਥ ਹੁੰਦਾ ਬੇਗਾਨੀ ਆਸ ਲਾ ਲਈ, ਜਿਨ੍ਹਾਂ ਦੇ ਅੰਦਰ ਬੇਗਾਨੀ ਆਸ ਤੇ ਪਲਣਾ, ਬੇਗਾਨੀ ਆਸਰੇ ਜਿਉਣਾ, ਕਿਸੇ ਦੂਜੇ ਤੇ ਡਿਪੈਂਡ ਹੋ ਜਾਣਾ। ਇਉਂ ਆਖਣਾ ਵੀ ਉਹਦੇ ਤੋਂ ਬਿਨਾਂ ਮੇਰਾ ਕਾਰਜ ਅਧੂਰਾ ਹੈ ਤੇ ਮੈਂ ਆਪ ਹੱਥੀਂ ਕੁਝ ਕਰਨਾ ਨਹੀਂ ਚਾਹੁੰਦਾ। ਹਾਂ, ਜੇ ਉਹ ਹੋਵੇ ਤਾਂ ਮੇਰਾ ਕਾਰਜ ਪੂਰਾ ਹੁੰਦਾ ਹੈ। ਔਰ ਕਿਸੇ ਦੂਜੇ ਤੇ ਲੰਬੇਰੀ ਆਸ ਲਾ ਲੈਣੀ, ਸਾਰਾ ਜੀਵਨ ਉਹਦੇ ਤੇ ਡਿਪੈਂਡ ਕਰ ਦੇਣਾ ਵੀ ਇਹਦੇ ਤੋਂ ਬਿਨਾਂ ਇਹ ਮੇਰਾ ਕਾਰਜ ਜਿਹੜਾ ਨਾ ਮੈਂ ਕਰ ਸਕਦਾ ਤੇ ਨਾ ਕੋਈ ਦੂਜਾ ਕਰ ਸਕਦਾ। ਇਹਨੂੰ ਕਹਿੰਦੇ ਆਸ ਨਾਲ ਜਿਉਣਾ। ਜੇ ਆਪਾਂ ਇਹਨੂੰ ਦੂਸਰੇ ਪੱਖ ਤੋਂ ਵੇਖਣ ਦਾ ਯਤਨ ਕਰੀਏ ਕਿ ਦੁਨੀਆ ਦੇ ਅੰਦਰ ਹਰ ਇੱਕ ਕੰਮ ਜਿਹੜਾ ਆਸ ਦੇ ਆਧਾਰ ਤੇ ਹੁੰਦਾ ਹੈ। ਇੱਕ ਆਸ ਉਹ ਹੈ ਜਿਹੜੀ ਬੰਦਾ ਆਪਣੀ ਔਲਾਦ ਤੋਂ ਵੀ ਰੱਖਦਾ ਹੈ, ਆਪਣੇ ਪਰਿਵਾਰ ਤੋਂ ਰੱਖਦਾ ਹੈ, ਆਪਣੇ ਸਮਾਜ ਤੋਂ ਰੱਖਦਾ ਹੈ। ਜੇ ਪਿਤਾ ਦੀ ਜ਼ਿੰਮੇਵਾਰੀ ਨਿਭਾ ਰਿਹਾ ਤੇ ਆਸ ਰੱਖਦਾ ਹੈ ਆਪਣੀ ਔਲਾਦ ਤੋਂ ਵੀ ਇਹ ਔਲਾਦ ਮੈਨੂੰ ਸੁੱਖ ਦੇਵੇਗੀ।
ਜੇ ਬਚਪਨ ਹੰਢਾ ਰਿਹਾ ਤੇ ਉਹਨੂੰ ਆਸ ਹੈ ਆਪਣੇ ਮਾਂ ਤੋਂ, ਆਪਣੇ ਪਿਤਾ ਤੋਂ, ਆਪਣੇ ਮਾਂ-ਬਾਪ ਤੋਂ ਆਸ ਹੈ ਉਹਨੂੰ। ਜੇ ਇੱਕ ਧਾਰਮਿਕ ਆਗੂ ਬਣ ਕੇ ਜ਼ਿੰਮੇਵਾਰੀ ਨਿਭਾ ਰਿਹਾ ਹੈ ਤਾਂ ਉਹਨੂੰ ਸਾਂਝੇ ਰੂਪ ਦੇ ਵਿੱਚ ਪੰਥ ਤੋਂ, ਕੌਮ ਤੋਂ ਇੱਕ ਬੜੀ ਵੱਡੀ ਆਸ ਹੈ। ਹਰ ਇੱਕ ਮਨੁੱਖ ਕਿਤੇ ਨਾ ਕਿਤੇ ਕੋਈ ਨਾ ਕੋਈ ਆਸ ਰੱਖ ਕੇ ਹੀ ਕੰਮ ਕਰ ਰਿਹਾ ਹੈ। ਬੱਚਾ ਜਿਸ ਵਕਤ ਆਪਣਾ ਬੈਗ ਮੋਢੇ ਤੇ ਪਾ ਕੇ ਸਕੂਲ ਪਹੁੰਚਦਾ ਹੈ ਤੇ ਵਿੱਦਿਆ ਪੜ੍ਹਾਈ ਨੂੰ ਹਾਸਲ ਕਰਨ ਤੋਂ ਬਾਅਦ ਇੱਕ ਆਸ ਰੱਖਦਾ ਵੀ ਵਿੱਦਿਆ ਪੜ੍ਹਾਂਗਾ ਤੇ ਪੜ੍ਹਨ ਤੋਂ ਬਾਅਦ ਮੇਰੀ ਆਸ ਇਹ ਹੈ ਕਿ ਮੈਂ ਡਾਕਟਰ ਬਣਾਂਗਾ, ਮੈਂ ਇੰਜੀਨੀਅਰ ਬਣਾਂਗਾ, ਮੈਂ ਕੋਈ ਬੁੱਧੀਜੀਵੀ ਬਣਾਂਗਾ, ਮੈਂ ਫਿਲਾਸਫਰ ਬਣਾਂਗਾ। ਇਹ ਕਿਤੇ ਨਾ ਕਿਤੇ ਹਰ ਮਨੁੱਖ ਦੀ, ਬੱਚੇ ਤੋਂ ਲੈ ਕੇ ਨੌਜਵਾਨ ਬਜ਼ੁਰਗ ਤੱਕ, ਸਭਨਾਂ ਦੀ ਆਸਥਾ ਕਿਤੇ ਨਾ ਕਿਤੇ ਟਿਕੀ ਹੋਈ ਹੈ। ਸਤਿਗੁਰੂ ਸੱਚਾ ਪਾਤਸ਼ਾਹ ਮਹਾਰਾਜ ਨੇ ਬਾਣੀ ਵਿੱਚ ਇਸ ਗੱਲ ਦਾ ਜਦੋਂ ਵਿਸਥਾਰ ਕੀਤਾ ਤੇ ਸਤਿਗੁਰੂ ਕਹਿੰਦੇ ਆਸ ਨਾਲ ਤੇ ਤੂੰ ਜਿਉਂਦਾ ਹੈ, ਪਰ ਜਿਸ ਦਿਨ ਇਹਨਾਂ ਦੁਨਿਆਵੀ ਆਸਾਂ ਨੂੰ ਛੱਡ ਕੇ ਅਕਾਲ ਪੁਰਖ ਵਾਹਿਗੁਰੂ ਦੀ ਆਸ ਧਾਰਨ ਕਰ ਲਵੇਂਗਾ, ਇੱਕੋ ਹੀ ਆਸ ਜੀਵਨ ਵਿੱਚ ਕਮਾਵੇਂਗਾ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਮੇਰੇ ਮਨਾ ਜੇ ਤੂੰ ਆਸ ਰੱਖਣੀ ਹੈ ਤੇ ਇੱਕੋ ਦੀ ਆਸ ਰੱਖ, ਉਹ ਹੈ ਜਗਦੀਸ਼। ਜਗਦੀਸ਼ ਦਾ ਅਰਥ ਹੈ ਜਗਤ ਦਾ ਈਸ਼ਵਰ, ਗੁਸਾਈ ਦਾ ਅਰਥ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਵਾਹਿਗੁਰੂ। ਉਸ ਕਰਨਹਾਰ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੀ ਆਸ ਰੱਖ ਕੇ ਜੀਵਨ ਸ਼ੁਰੂ ਕਰ। ਅਸੀਂ ਕਿਤੇ ਨਾ ਕਿਤੇ ਕੋਈ ਨਾ ਕੋਈ ਆਸ ਆਪਣੀ ਬੇਗਾਨੇ ਥਾਂ ਤੇ ਟਿਕਾ ਕੇ ਬੈਠੇ ਹਾਂ। ਐਸੀ ਆਸ ਨੂੰ ਭਗਤ ਫਰੀਦ ਸਾਹਿਬ ਕਹਿੰਦੇ ਧਿੱਗ ਤਿੰਨਾਂ ਦਾ ਜੀਵਿਆ, ਉਹਨਾਂ ਦਾ ਜੀਵਣਾ ਫਿਟਕਾਰ ਯੋਗ ਹੈ। ਉਹਨਾਂ ਦਾ ਜੀਵਨ ਕੋਈ ਬਹੁਤੀ ਵੱਡੀ ਮਹੱਤਤਾ ਨਹੀਂ ਰੱਖਦਾ। ਉਹਨਾਂ ਦਾ ਜੀਵਿਆ ਹੋਇਆ ਜੀਵਨ ਜਿਹੜਾ ਵਾ ਉਹਨੂੰ ਫਿਟਕਾਰ ਤੇ ਤ੍ਰਿਕਾਰ ਆਖਿਆ ਏ। ਇਉਂ ਇਸ ਕਰਕੇ ਆਖਿਆ ਕਿਉਂਕਿ ਉਹ ਬੇਗਾਨੀ ਆਸ ਤੇ ਜਿਉਂਦੇ ਨੇ, ਉਹ ਬੇਗਾਨੇ ਦਾ ਦਰਵਾਜ਼ਾ ਮੱਲਦੇ ਨੇ। ਆਪਣੇ ਪਰਿਵਾਰ ਵਿੱਚੋਂ ਬੱਚਾ ਉੱਠ ਕੇ ਕਿਸੇ ਜਾ ਕੇ ਬੇਗਾਨੇ ਦਾ ਦਰਵਾਜ਼ਾ ਖੜਕਾ ਕੇ ਉਹਦੇ ਤੋਂ ਆਸ ਰੱਖੇ, ਆਖੇ ਕਿ ਮੈਨੂੰ ਮਾਂ-ਬਾਪ ਤੋਂ ਆਸ ਨਹੀਂ ਹੈ, ਮੈਨੂੰ ਪਿਤਾ ਤੋਂ ਆਸ ਨਹੀਂ ਹੈ, ਮੈਨੂੰ ਮਾਂ ਤੋਂ ਆਸ ਨਹੀਂ ਹੈ, ਮੈਨੂੰ ਦਾਦਾ ਦਾਦੀ ਤੋਂ ਆਸ ਨਹੀਂ ਹੈ। ਮਾਂ-ਬਾਪ ਨੂੰ ਛੱਡ ਕੇ ਕਿਸੇ ਹੋਰ ਦਾ ਦਰਵਾਜ਼ਾ ਜਾ ਕੇ ਖੜਕਾਵੇ ਤੇ ਲੋਕ ਸਵਾਲ ਕਰਦੇ ਨੇ, ਜੋ ਮਾਂ-ਬਾਪ ਬਣਨਾ ਉਹ ਕਿਸੇ ਹੋਰ ਨੇ ਨਹੀਂ ਬਣਨਾ। ਜਿਹੜਾ ਮਾਂ-ਬਾਪ ਦਾ ਰੋਲ ਹੈ ਉਹ ਨਾ ਕਿਸੇ ਗੁਆਂਢੀ ਨੇ ਤੇ ਨਾ ਕਿਸੇ ਰਿਸ਼ਤੇਦਾਰ ਨੇ ਅਦਾ ਕਰਨਾ ਹੈ। ਇੱਕ ਪੰਜਾਬੀ ਦੀ ਕਹਾਵਤ ਜੋ ਆਪਾਂ ਆਮ ਬੋਲੀ ਦੇ ਵਿੱਚ ਸੁਣਦੇ ਵੀ ਹਾਂ ਤੇ ਬੋਲਦੇ ਵੀ ਹਾਂ, ਮਾਂ ਡਾਇਣ ਹੋਵੇ ਤੇ ਬੱਚਿਆਂ ਨੂੰ ਨਹੀਂ ਖਾ ਜਾਂਦੀ, ਉਹਨੂੰ ਫਿਰ ਵੀ ਪਤਾ ਹੁੰਦਾ ਹੈ ਮੇਰੇ ਬੱਚੇ ਨੇ। ਪਿਤਾ ਜਿੰਨਾ ਮਰਜੀ ਕੁਰਖਤ ਹੋਵੇ, ਜਿੰਨਾ ਮਰਜੀ ਕ੍ਰੋਧੀ ਹੋਵੇ ਤੇ ਜਿੰਨਾ ਮਰਜੀ ਆਪਣੀ ਮਰਜ਼ੀ ਤੇ ਆਪਣੇ ਸੁਭਾਅ ਨਾਲ ਜਿਉਣ ਵਾਲਾ ਹੋਵੇ, ਪਰ ਫਿਰ ਵੀ ਕਦੀ ਔਲਾਦ ਦਾ ਬੁਰਾ ਨਹੀਂ ਭਲਾ ਸੋਚੇਗਾ। ਮਾਂ ਜਿੰਨੀ ਮਰਜ਼ੀ ਨਿਰਦਇਤਾ ਵਾਲਾ ਜੀਵਨ ਜਿਉਂਦੀ ਹੋਵੇ, ਪਰ ਕਦੀ ਵੀ ਆਪਣੀ ਔਲਾਦ ਤੇ ਸਵਾਲ ਨਹੀਂ ਚੁੱਕਦੀ ਤੇ ਨਾ ਹੀ ਕਦੀ ਆਪਣੀ ਔਲਾਦ ਬਾਰੇ ਬੁਰਾ ਸੋਚਦੀ ਹੈ। ਔਰ ਐਸੇ ਖਿਆਲਾਂ ਨੂੰ ਜਦੋਂ ਆਪਾਂ ਬਾਣੀ ਵਿੱਚੋਂ ਪੜ੍ਹਾਂਗੇ, ਐਸੀ ਵਿਚਾਰ ਨੂੰ ਜਦੋਂ ਬਾਣੀ ਵਿੱਚੋਂ ਪੜ੍ਹਾਂਗੇ, ਫਿਰ ਸਾਡੀ ਆਸ ਜਿਹੜੀ ਆ ਕਿਤੇ ਨਾ ਕਿਤੇ ਬੇਗਾਨੇ ਥਾਂ ਤੇ ਟਿਕੀ ਹੋਈ ਜਿਹੜੀ ਹੈ, ਉਹ ਆਪਣੇ ਆਪ ਬਦਲ ਕੇ ਇੱਕ ਮਾਲਕ ਵਾਹਿਗੁਰੂ ਵਾਲੇ ਰਾਹ ਨੂੰ ਤੁਰ ਪਵੇਗਾ ਮਨੁੱਖ। ਕਿਉਂਕਿ ਆਸ ਜਿਹੜੀ ਹੈ ਉਹ ਇੱਕੋ ਤੇ ਹੋਣੀ ਚਾਹੀਦੀ ਹੈ। ਏਕਾ ਟੇਕ ਰੱਖੋ ਮਨ ਮਾਹੇ, ਜਿਹੜੀ ਟੇਕ ਹੈ ਨਾ ਉਹ ਇੱਕ ਦੀ ਰੱਖਣੀ ਹੈ। ਸਤਿਗੁਰੂ ਕਹਿੰਦੇ ਮਨ ਵਿੱਚ ਟੇਕ ਰੱਖ ਇੱਕ ਦੀ, ਸਤਿਕਾਰ ਤੂੰ ਭਾਵੇਂ ਸਭ ਦਾ ਕਰ, ਪਰ ਜਿਹੜੀ ਲੋੜ ਹੈ, ਜਿਹੜਾ ਤੇਰਾ ਨਿੱਜ ਹੈ, ਉਹ ਇੱਕ ਦੇ ਕੋਲੋਂ ਪੂਰਾ ਹੋਣਾ ਹੈ। ਐਵੇਂ ਥਾਂ ਥਾਂ ਤੇ ਜਾ ਕੇ ਤੇਰਾ ਨਿੱਜ ਥੋੜੀ ਪੂਰਾ ਹੋਣਾ ਹੈ। ਇੱਕ ਪਤੀ ਵਾਲੀ ਔਰਤ ਨੂੰ ਸੁਹਾਗਣ ਆਖਿਆ ਜਾਂਦਾ ਹੈ।
ਜਿਹੜੀ ਪਤੀ ਦਾ ਘਰ ਛੱਡ ਕੇ ਥਾਂ ਥਾਂ ਤੇ ਭਟਕਦੀ ਫਿਰੇ ਉਹਨੂੰ ਦੁਹਾਗਣ ਤੇ ਦੁਹਚਾਰਨ ਤੇ ਛੁੱਟੜ ਵੀ ਆਖਿਆ ਹੈ। ਅਲੱਗ-ਅਲੱਗ ਸ਼ਬਦ ਬਾਣੀ ਵਿੱਚ ਵਰਤੇ ਨੇ। ਜਿਉਂ ਘਰ ਘਰ ਹੰਡੈ ਰੰਨ ਦੁਹਾਗਣ, ਮਹਾਰਾਜ ਨੇ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ। ਉਹਨੂੰ ਬਾਦ ਚਾਰਨ ਵੀ ਆਖਿਆ, ਉਹਨੂੰ ਦੁਹਾਗਣ ਵੀ ਆਖਿਆ, ਉਹਨੂੰ ਬੁਰੇ ਲੱਛਣਾਂ ਵਾਲੀ ਤੇ ਕੁਲੱਖਣੀ ਵੀ ਆਖਿਆ। ਜਿਹੜੀ ਔਰਤ ਆਪਣੇ ਪਤੀ ਦਾ ਘਰ ਛੱਡ ਕੇ ਦਰ ਦਰ ਤੇ ਭਟਕਦੀ ਫਿਰੇ, ਇਹਦਾ ਅਰਥ ਜਿਹੜੀ ਆਸ, ਜਿਹੜੀ ਉਹਦੀ ਆਸਾ, ਜੋ ਉਹਦੀ ਲੋੜ, ਜੋ ਉਹਦੀਆਂ ਪਰਿਵਾਰਕ ਲੋੜਾਂ ਨੇ, ਉਹ ਤਾਂ ਪਤੀ ਦੇ ਸਿਰੋਂ ਪੂਰੀਆਂ ਹੋਣਗੀਆਂ ਨਾ। ਉਹ ਤਾਂ ਪਤੀ ਹੀ ਉਹਦੀਆਂ ਲੋੜਾਂ ਪੂਰੀਆਂ ਕਰੇਗਾ। ਜਿੰਨੀਆਂ ਪਰਿਵਾਰਕ ਲੋੜਾਂ ਨੇ, ਉਹਦੀਆਂ ਨਿੱਜ ਦੀਆਂ ਲੋੜਾਂ ਨੇ। ਪਰ ਭਟਕੀ ਹੋਈ ਉਹ ਔਰਤ ਜੇ ਕਿਸੇ ਹੋਰ ਦਰਵਾਜ਼ੇ ਤੇ ਜਾਵੇ, ਉਹਨੂੰ ਮਹਾਰਾਜ ਦੀ ਬਾਣੀ ਨੇ ਦੁਹਚਾਰਨ ਆਖਿਆ, ਬਦਚਾਰਨ ਆਖਿਆ ਤੇ ਦੁਹਾਗਣ ਆਖਿਆ। ਉਹ ਸੁਹਾਗ ਭਾਗ ਨੂੰ ਨਹੀਂ ਜਾਣ ਸਕਦੀ। ਤੇ ਸੁਹਾਗਣ ਔਰਤ ਦਾ ਜਿਹੜਾ ਕਿਰਦਾਰ ਹੈ, ਉਹ ਕਦੀ ਆਪਣੇ ਪਰਿਵਾਰ ਨੂੰ, ਆਪਣੇ ਪਤੀ ਨੂੰ ਛੱਡ ਕੇ ਨਹੀਂ ਜਾਂਦੀ। ਉਹ ਕਹਿੰਦੀ ਸੰਸਾਰ ਅੰਦਰ ਮੈਨੂੰ ਇਹਦੇ ਵਰਗਾ ਦਿਸਦਾ ਹੀ ਕੋਈ ਨਹੀਂ, ਦੁਨੀਆ ਵਿੱਚ ਇਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਤੋ ਖੈਰ ਮਹਾਰਾਜ ਸਤਿਗੁਰੂ ਸੱਚਾ ਪਾਤਸ਼ਾਹ ਜੀ ਨੇ ਉਹਨਾਂ ਜੀਵਾਂ ਦੇ ਵਾਸਤੇ, ਉਹਨਾਂ ਮਨੁੱਖਾਂ ਦੇ ਵਾਸਤੇ ਇਹ ਸ਼ਬਦ ਵਰਤਿਆ। ਮਹਾਰਾਜ ਕਹਿੰਦੇ ਜਿਹੜੇ ਇੱਕ ਮਾਲਕ ਵਾਹਿਗੁਰੂ ਨੂੰ ਛੱਡ ਕੇ, ਕਰਤੇ ਨੂੰ ਛੱਡ ਕੇ ਥਾਂ ਥਾਂ ਤੇ ਭਟਕਦੇ ਨੇ, ਜਿਹੜੇ ਕਿਸੇ ਹੋਰ ਦੀ ਆਸ ਲਾ ਕੇ ਜਿਉਂਦੇ ਨੇ। ਵੈਸੇ ਬਾਣੀ ਨੇ ਇਹ ਵੀ ਆਖਿਆ, ਆਸਾ ਮਨਸ਼ਾ ਸਗਲ ਤਿਆਗੈ ਜਗ ਤੇ ਰਹੇ ਨਿਰਾਸ਼ਾ। ਬੰਦੇ ਦੀਆਂ ਆਸਾਂ ਹੀ ਬੜੀਆਂ ਖਤਰਨਾਕ ਨੇ। ਜਿਹੋ ਜਿਹੀਆਂ ਆਸਾਂ ਲਾਉਂਦਾ ਹੈ ਨਾ, ਇਹਨੂੰ ਉਦਮੀ ਨਹੀਂ ਆਖਿਆ ਜਾ ਸਕਦਾ। ਜਿਹੋ ਜਿਹੀਆਂ ਆਸਾਂ ਲਾਉਂਦਾ ਹੈ, ਇਹਨੂੰ ਇਉਂ ਵੀ ਨਹੀਂ ਆਖ ਸਕਦੇ ਵੀ ਇਹ ਬੰਦਾ ਨਸ਼ੇ ਤੋਂ ਬਚ ਗਿਆ ਹੋਵੇਗਾ, ਇਹ ਬੰਦਾ ਬੜਾ ਸੋਫੀ ਕਿਰਦਾਰ ਵਾਲਾ ਹੋਵੇਗਾ। ਜਿਹੋ ਜਿਹੀਆਂ ਮਨੁੱਖ ਆਸਾਂ ਲਾਉਂਦਾ ਨਾ, ਇਹਨੂੰ ਧਰਮੀ ਕਹਿਣਾ ਵੀ ਬੜੀ ਵੱਡੀ ਗੁਸਤਾਖੀ ਬਣ ਜਾਂਦੀ ਹੈ। ਕਿਹੜੀ ਆਸ ਲਾਉਂਦਾ ਹੈ ਬੰਦਾ, ਕਿਸ ਆਸ ਤੇ ਜਿਉਂਦਾ ਹੈ ਬੰਦਾ, ਔਰ ਉਹ ਵੀ ਆਸ ਉਹਨਾਂ ਕੋਲੋਂ ਪੂਰੀ ਕਰਨੀ ਚਾਹੁੰਦਾ ਵਾ ਜਿਹੜੇ ਲੋਕ ਆਪ ਆਪਣੇ ਹੱਥ ਵਿੱਚ ਠੂਠਾ ਫੜ ਕੇ ਤੇ ਕਿਸੇ ਦਾ ਦਰਵਾਜ਼ਾ ਖੜਕਾ ਰਹੇ ਹੁੰਦੇ ਨੇ, ਉਹਨਾਂ ਕੋਲੋਂ ਪੂਰੀ ਕਰਨੀ ਚਾਹੁੰਦਾ ਹੈ। ਤੇ ਸਤਿਗੁਰੂ ਮਹਾਰਾਜ ਤਾਂ ਕਹਿੰਦੇ ਵੀ ਜਗਤ ਤੇ ਵਿੱਚ ਤੂੰ ਰਹਿਣਾ ਹੈ, ਇਸ ਜਗਤ ਤੇ ਜੀਵਨ ਜਿਉਣਾ ਹੈ, ਤੇ ਯਾਦ ਰੱਖੀ ਤੂੰ ਨਿਰਾਸ਼ ਹੋ ਕੇ ਜਿਉਣਾ ਹੈ। ਇਹ ਵੀ ਬੜੀ ਕਮਾਲ ਦੀ ਗੱਲ ਹੈ ਵੀ ਇੱਥੇ ਸਵਾਲ ਖੜਾ ਹੁੰਦਾ ਵੀ ਨਿਰਾਸ਼ ਕਿਉਂ ਹੋਣਾ ਹੈ, ਕਿਹੜੀ ਚੀਜ਼ ਤੋਂ ਨਿਰਾਸ਼ ਹੋਣਾ ਹੈ। ਨਿਰਾਸ਼ ਜੀਵਨ ਨੂੰ ਤਾਂ ਬਾਣੀ ਪ੍ਰਵਾਨ ਨਹੀਂ ਕਰਦੀ। ਮਹਾਰਾਜ ਤੇ ਕਹਿੰਦੇ ਜੀਵਨ ਜਿੰਨਾ ਕੁ ਜਿਉਣਾ ਉਹਨੂੰ ਖੇੜੇ ਵਿੱਚ ਜੀਵੀ, ਨਿਰਾਸ਼ ਨਾ ਹੋਵੀਂ। ਪਰ ਸਤਿਗੁਰੂ ਮਹਾਰਾਜ ਕਹਿੰਦੇ ਆਸਾ ਮਨਸ਼ਾ ਸਗਲ ਤਿਆਗੇ ਜਗ ਤੇ ਰਹਿ ਨਿਰਾਸ਼ਾ। ਆਸਾ ਮਨਸਾ ਤਿਆਗਣੀ ਕਿਉਂ ਹੈ? ਸਵਾਲ ਪਹਿਲਾਂ ਇਹ ਹੈ, ਆਪਣੀਆਂ ਆਸਾਂ ਨੂੰ, ਇੱਛਾਵਾਂ ਨੂੰ ਤਿਆਗਣਾ ਕਿਉਂ ਹੈ? ਕਿਹੜੀ ਗੱਲੋਂ ਤਿਆਗਣਾ ਹੈ? ਮਹਾਰਾਜ ਬਾਣੀ ਚ ਆਖਦੇ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਸੁਣ ਪੰਡਤ ਕਰਮਾ ਕਾਰੀ। ਗਰੀਬ ਨਵਾਜ ਕਹਿੰਦੇ ਵੀ ਕਰਮ ਕਰਨ ਵਾਲਿਆ, ਪੰਡਤ ਸਿਆਣੇ ਮਨੁੱਖ ਧਿਆਨ ਨਾ ਸਮਝੇ ਨੂੰ, ਵੀ ਆਸਾ ਤੇ ਮਨਸ਼ਾ ਇਸ ਕਰਕੇ ਤਿਆਗਣੀ ਹੈ ਕਿਉਂਕਿ ਆਸਾ ਮਨਸਾ ਕਰਕੇ ਮਨੁੱਖ ਨੂੰ ਬੰਧਨ ਪੈਂਦੇ ਨੇ, ਬੰਧਨਾਂ ਵਿੱਚ ਵੱਜ ਜਾਂਦਾ ਹੈ। ਆਸ ਪੂਰੀ ਕਰਨ ਦੇ ਲਈ ਹੁਣ ਪਰਿਵਾਰ ਦੇ ਵਿੱਚ ਆਖਿਆ, ਪਰਿਵਾਰ ਨੇ ਆਖਿਆ, ਪਰਿਵਾਰ ਦੇ ਮੁਖੀ ਨੂੰ ਕਿਹਾ ਕਿ ਸਾਡੀ ਆਸ ਹੈ ਵੀ ਸਾਡਾ ਘਰ ਬੜਾ ਵੱਡਾ ਹੋਣਾ ਚਾਹੀਦਾ ਹੈ। ਪਰਿਵਾਰ ਦੇ ਮੁਖੀ ਨੇ ਸੁਣੀ ਹੈ ਗੱਲ। ਜਿੱਥੇ ਇਮਾਨਦਾਰੀ ਦੀ ਰੋਟੀ ਖਾਂਦਾ ਸੀ, ਜਿੱਥੇ ਇਮਾਨਦਾਰੀ ਦਾ ਜੀਵਨ ਜਿਉਂਦਾ ਸੀ, ਉਹਨੇ ਸੁਣਦਿਆਂ ਸਾਰ ਇਮਾਨਦਾਰੀ ਨੂੰ ਛਿੱਕੇ ਟੰਗ ਕੇ 2 ਨੰਬਰ ਦੀ ਕਮਾਈ ਨੂੰ ਪਹਿਲ ਦੇ ਦਿੱਤੀ ਹੈ। ਕਿਉਂਕਿ ਘਰ ਵੀ ਤਾਂ ਵੱਡਾ ਬਣਾਉਣਾ ਹੈ ਨਾ, ਬੰਧਨ ਪੈ ਗਿਆ, ਜ਼ਿੰਮੇਵਾਰੀ ਦੇ ਦਿੱਤੀ ਹੈ। ਸਿਰਦਿਆ ਸਾਈਆਂ ਘਰ ਤੇਰਾ ਵੱਡਾ ਹੋਵੇਗਾ, ਤੇਰੇ ਗੁਆਂਢੀਆਂ ਦੇ ਬਰਾਬਰ ਦਾ ਹੋਵੇਗਾ, ਤੇਰੇ ਰਿਸ਼ਤੇਦਾਰਾਂ ਦੇ ਬਰਾਬਰ ਦਾ ਹੋਵੇਗਾ, ਤੇ ਤੇਰੇ ਘਰ ਵਿੱਚ ਵਸਾਂਗੀ, ਨਹੀਂ ਤਾਂ ਨਹੀਂ ਵਸਾਂਗੀ। ਕਮਾਲ ਦੀ ਗੱਲ ਹੈ, ਜਿਹੜੀ ਇਮਾਨਦਾਰੀ ਦੀ ਰੋਟੀ ਸੀ ਉਹ ਪਾਸੇ ਰਹਿ ਗਈ।
ਰਿਸ਼ਵਤਖੋਰੀ ਨੇ ਆ ਕੇ ਸੁਰਤ ਵਿੱਚ ਡੇਰਾ ਜਮਾ ਲਿਆ। ਆਸ ਪੂਰੀ ਕਰਨ ਵਾਸਤੇ ਬੰਦਾ ਕੁਝ ਵੀ ਕਰਨ ਲਈ ਤਿਆਰ ਹੋ ਗਿਆ। ਹਰ ਬੰਦੇ ਦੀ ਇੱਛਾ, ਹਰ ਬੰਦੇ ਦੀ ਆਸਾ ਆਪਣੇ ਆਪਣੇ ਤਰੀਕੇ ਦੀ ਹੈ। ਸਤਿਗੁਰੂ ਕਹਿੰਦੇ ਤੇਰੀਆਂ ਆਸਾਂ ਨੇ ਤੈਨੂੰ ਬੰਧਨਾਂ ਦੇ ਵਿੱਚ ਬੰਨ੍ਹ ਦਿੱਤਾ ਹੈ। ਇਦਾਂ ਦੀਆਂ ਖਤਰਨਾਕ ਤੇਰੀਆਂ ਆਸਾਂ ਨੇ। ਆਸਾ ਮਨਸ਼ਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਜਿੰਨੇ ਧਰਮ ਦੇ ਨਾਮ ਤੇ ਕਰਮ ਕਰ ਰਿਹਾ ਉਹ ਵੀ ਤੂੰ ਬੰਧਨਾਂ 'ਚ ਵੱਜਦਾ ਜਾ ਰਿਹਾ। ਜਿੰਨੀਆਂ ਆਸਾਂ ਰੱਖ ਕੇ ਧਰਮ ਦੇ ਕੰਮ ਕਰਦਾ ਉਹ ਵੀ ਤੂੰ ਬੰਧਨਾਂ 'ਚ ਵੱਜਦਾ ਜਾ ਰਿਹਾ। ਹੁਣ ਏਡੇ ਵਿਗੜੇ ਹੋਏ ਤਾਣੇ ਨੂੰ ਜਦੋਂ ਇੰਨੀ ਕੁ ਗੱਲ ਕਹਿ ਦਈਏ ਵੀ ਭਾਈ ਆ ਜਿੰਨੇ ਕੁ ਤੂੰ ਕਰਮ ਕਰ ਰਿਹਾ ਇਹ ਤਾਂ ਬਸ ਐਵੇਂ ਹੀ ਹੈ, ਫਾਲਤੂ ਹੈ। ਮੈਂ ਨਹੀਂ ਕਹਿੰਦਾ, ਬਾਣੀ ਕਹਿੰਦੀ ਹੈ। ਸੋਚਣ ਵਾਲਾ ਕਹਿੰਦਾ ਵੀ ਲਓ ਜੀ ਇਹ ਤਾਂ ਸਾਨੂੰ ਧਰਮ ਨਾਲੋਂ ਵੀ ਤੋੜਦੇ ਨੇ, ਧਰਮ ਤੋਂ ਵੀ ਦੂਰ ਕਰਦੇ ਨੇ ਇਹ ਲੋਕ। ਧਰਮ ਤੋਂ ਦੂਰ ਨਹੀਂ ਕੀਤਾ ਜਾਂਦਾ। ਮਹਾਰਾਜ ਕਹਿੰਦੇ ਜਿਹੜੀ ਮਨਸ਼ਾ ਰੱਖ ਕੇ ਤੂੰ ਕੰਮ ਕਰ ਰਿਹਾ ਨਾ ਉਹ ਇਹਦੇ ਵਿੱਚੋਂ ਪੂਰਾ ਨਹੀਂ ਹੋਣਾ। ਤੇਰਾ ਮਿਸ਼ਨ ਇਹਦੇ ਵਿੱਚ ਨਹੀਂ ਹੈ। ਤੇਰਾ ਜਿਹੜਾ ਅਸਲੀ ਨਿਸ਼ਾਨਾ ਹੈ, ਜਿਹੜਾ ਤੂੰ ਮੰਤਵ ਲੈ ਕੇ ਇਹ ਕੰਮ ਕਰ ਰਿਹਾ, ਉਹ ਇਹਦੇ ਵਿੱਚੋਂ ਤਾਂ ਤੇਰੀ ਆਸ ਹੀ ਪੂਰੀ ਨਹੀਂ ਹੋਣੀ। ਕੋਈ ਬੰਦਾ ਫਸਲ ਨੂੰ ਗਾਉਣ ਤੋਂ ਬਾਅਦ ਉਹਦੇ ਵਿੱਚੋਂ ਦਾਣੇ ਕੱਢ ਲੈਣ ਤੋਂ ਬਾਅਦ ਬਾਕੀ ਫੋਗ ਨੂੰ ਚੁੱਕੀ ਫਿਰੇ। ਮਹਾਰਾਜ ਨੇ ਬਾਣੀ 'ਚ ਐਗਜ਼ਾਮਪਲ ਦਿੱਤੀ ਹੈ। ਭਗਤ ਤਲੋਚਨ ਜੀ ਆਪਣੀ ਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ। ਬਦਤ ਤਲੋਚਨ ਸੁਨ ਰੇ ਪ੍ਰਾਣੀ, ਕਾਣ ਬਿਨ ਗਾਹ ਕੇ ਪਾਈ। ਗਾਹ ਦੇ ਬਾਰੇ ਬਜ਼ੁਰਗ ਜਾਣਦੇ ਨੇ ਵੀ ਗਾਹ ਕਿਉਂ ਪਾਇਆ ਜਾਂਦਾ ਸੀ। ਪਸ਼ੂਆਂ ਦੇ ਨਾਲ ਫਸਲ ਗਾਹੀ ਜਾਂਦੀ ਸੀ। ਪੁਰਾਣੇ ਸਮੇਂ ਦੇ ਅੰਦਰ ਇਹੋ ਹੀ ਸਾਧਨ ਸੀ ਸਭ ਤੋਂ ਵੱਡਾ। ਮਹਾਰਾਜ ਨੇ ਉਹ ਸਮੇਂ ਦੀ ਐਗਜ਼ਾਮਪਲ ਬਾਣੀ ਵਿੱਚ ਲੈ ਕੇ ਜ਼ਿਕਰ ਕੀਤਾ। ਕਹਿੰਦੇ ਵੀ ਜੇ ਤਾਂ ਫਸਲ ਵਿੱਚ ਦਾਣਾ ਹੀ ਨਹੀਂ ਤੇ ਫਿਰ ਗਾਹ ਪਾਉਣ ਦਾ ਕੀ ਫਾਇਦਾ ਹੈ। ਜਿਹੜਾ ਕਰਮ ਅਸੀਂ ਕਰ ਰਹੇ ਹਾਂ ਜੇ ਉਹਦੇ ਵਿੱਚ ਸਾਡਾ ਮਿਸ਼ਨ ਹੀ ਨਹੀਂ ਪੂਰਾ ਹੋਣਾ, ਉਹਦੇ ਵਿੱਚ ਸਾਡੀ ਆਸਾ ਪੂਰੀ ਹੋਣੀ ਨਹੀਂ ਹੈ, ਤਾਂ ਫਿਰ ਉਹ ਕਰਮ ਕਰਨ ਦਾ ਫਾਇਦਾ ਵੀ ਕੀ ਹੈ। ਇਹ ਤਾਂ ਇਉਂ ਹੋਇਆ ਨਾ ਵੀ ਬੰਦਾ ਤੁਰੀ ਵੀ ਜਾ ਰਿਹਾ, ਪੈਂਡਾ ਵੀ ਕਰੀ ਜਾ ਰਿਹਾ, ਥੱਕਦਾ ਵੀ ਜਾ ਰਿਹਾ ਸਰੀਰ, ਪੈਂਡਾ ਵੀ ਬੜਾ ਲੰਬਾ ਕਰ ਲਿਆ। ਕਿਸੇ ਨੇ ਪੁੱਛਿਆ ਵੀ ਕਿੱਧਰ ਦੀ ਤਿਆਰੀ ਹੈ, ਕਹਿੰਦਾ ਪਤਾ ਹੀ ਕੋਈ ਨਹੀਂ। ਜੇ ਤੈਨੂੰ ਮੰਜ਼ਿਲ ਦਾ ਹੀ ਨਹੀਂ ਪਤਾ ਤੇ ਤੁਰ ਕਿਉਂ ਰਿਹਾ ਹੈ। ਜੇ ਤੈਨੂੰ ਪਤਾ ਹੈ ਕਿ ਮੈਂ ਮੰਜ਼ਿਲ ਤੇ ਪਹੁੰਚਣਾ ਹੈ ਤੇ ਮੰਜ਼ਿਲ ਵੱਲ ਨੂੰ ਜਾਣਾ ਹੈ, ਫਿਰ ਤੂੰ ਤੁਰੇਗਾ ਵੀ ਬੜਾ ਧਿਆਨ ਨਾਲ, ਖਰਚਾ ਵੀ ਨਾਲ ਲੈ ਕੇ ਤੁਰੇਗਾ। ਜਿਸ ਜਗ੍ਹਾ ਤੇ ਪਹੁੰਚਣਾ ਸਹੀ ਟਾਈਮ ਤੇ ਉਸ ਜਗ੍ਹਾ ਤੇ ਪਹੁੰਚੇਗਾ। ਜਦੋਂ ਤੈਨੂੰ ਮੰਜ਼ਿਲ ਦਾ ਹੀ ਨਹੀਂ ਪਤਾ ਤੇ ਤੇਰਾ ਤੁਰਿਆ ਹੋਇਆ ਵੀ ਕਿਸ ਕੰਮ ਦਾ ਹੈ, ਫਿਰ ਤਾਂ ਤੂੰ ਸਫ਼ਰਾਂ ਪੈਂਡਿਆਂ ਨੂੰ ਤੈਅ ਕਰਨ ਵਾਸਤੇ ਆਇਆ। ਇਹੋ ਜਿਹੇ ਪੈਂਡੇ ਤੈਅ ਕਰ ਰਿਹਾ ਵੀ ਕਈ ਵਾਰੀ ਤਾਂ ਤੁਹਾਨੂੰ ਵਿਖੜੇ ਪੈਂਡਿਆਂ ਵਿੱਚ ਦੀ ਗੁਜ਼ਰਨਾ ਪੈਂਦਾ ਹੈ। ਕਈ ਤਰ੍ਹਾਂ ਦੇ ਦੁੱਖ ਤਕਲੀਫਾਂ ਮੁਸ਼ਕਲਾਂ ਝੱਲ ਕੇ ਫਿਰ ਵੀ ਕਹਿੰਦਾ ਮਹਾਰਾਜ ਆਸ ਪੂਰੀ ਹੋ ਜਾਵੇ। ਪਰ ਸਤਿਗੁਰੂ ਕਹਿੰਦੇ ਜਿਹੜਾ ਤੇਰਾ ਕਰਮ ਉਹਦੇ 'ਚ ਆਸ ਨਹੀਂ ਗੀ ਹੈਗੀ। ਤੂੰ ਤਾਂ ਦੁਨਿਆਵੀ ਪਦਾਰਥਾਂ ਦੀਆਂ ਆਸਾਂ ਲਾ ਕੇ ਕੰਮ ਕਰਦਾ ਹੈ। ਹੈਰਾਨ ਉਦੋਂ ਹੋਈਦਾ ਵੀ ਜਦੋਂ ਬੰਦਾ ਕੇਵਲ ਦੁਨਿਆਵੀ ਪਦਾਰਥਾਂ ਦੇ ਤਲ ਤੇ ਜਿਉਂਦਾ ਹੈ। ਜਿਹੜੀਆਂ ਚੀਜ਼ਾਂ ਬੰਦੇ ਨੇ ਆਪ ਪੈਦਾ ਕਰਨੀਆਂ ਨੇ ਨਾ ਉਹ ਰੱਬ ਕੋਲੋਂ ਮੰਗਦਾ ਹੈ। ਜਿਹੜੀਆਂ ਚੀਜ਼ਾਂ ਆਪ ਪੈਦਾ ਕਰਨੀਆਂ ਨੇ, ਸਤਿਗੁਰੂ ਕਹਿੰਦੇ ਵੀ ਤੂੰ ਵੀ ਰੱਬ ਦਾ ਹਿੱਸਾ ਹੈ, ਤੂੰ ਮਿਹਨਤ ਕਰਦਾ ਹੈ, ਉਦਮ ਕਰਦਾ ਹੈ, ਤੂੰ ਇਹ ਕਿਉਂ ਕਹਿੰਦਾ ਵੀ ਰੱਬ ਤੇਰੇ ਨਾਲੋਂ ਵੱਖਰਾ ਹੈ। ਬੰਦਾ ਜਦੋਂ ਅਰਦਾਸ ਰੂਪ ਦੇ ਵਿੱਚ ਇਹ ਕਹਿੰਦਾ ਨਾ ਵੀ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਆਹ ਕਰ ਦੇਵੇਂ, ਉਦੋਂ ਇਉਂ ਸੋਚਦਾ ਵੀ ਮੇਰੇ ਨਾਲੋਂ ਰੱਬ ਵੱਖਰਾ ਹੈ, ਮੈਂ ਉਹਦੇ ਤੋਂ ਆਹ ਕੰਮ ਕਰਵਾਉਣਾ। ਉਦੋਂ ਗੁਰੂ ਮਹਾਰਾਜ ਦੀ ਬਾਣੀ ਸਾਨੂੰ ਮੱਤ ਦਿੰਦੀ ਵੀ ਰੱਬ ਤੇਰੇ ਵਿੱਚ ਵੀ ਵੱਸਦਾ ਹੈ, ਤੂੰ ਉਦਮਸ਼ੀਲ ਹੋ, ਮਿਹਨਤੀ ਹੋ, ਐਵੇਂ ਕਿਸੇ ਬਗਾਨੇ ਦੀ ਆਸ ਨਾ ਲਾ ਕੇ ਰੱਖ। ਆਪਣਾ ਉਦਮ ਜਿਹੜਾ ਉਹਨੂੰ ਜਾਰੀ ਰੱਖ, ਉਹ ਕਰਤੇ ਨੇ ਫਲ ਆਪੇ ਤੇਰੀ ਝੋਲੀ ਵਿੱਚ ਪਾ ਦੇਣਾ ਹੈ। ਬਸ ਤੈਨੂੰ ਉਦਮੀ ਹੋਣ ਦੀ ਲੋੜ ਹੈ। ਮੈਂ ਆਪ ਜੀ ਦੇ ਨਾਲ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਸਾਂਝਾ ਕਰ ਦੇਵਾਂ ਤਾਂ ਕਿ ਗੱਲ ਸਮਝ ਆ ਜਾਵੇ। ਅਧਿਆਪਕ ਸਾਰਾ ਸਾਲ ਬੱਚੇ ਤੇ ਜ਼ੋਰ ਲਾਉਂਦਾ ਹੈ, ਬੜੀ ਮਿਹਨਤ ਕਰਵਾਉਂਦਾ ਹੈ, ਤੇ ਜਦੋਂ ਐਗਜ਼ਾਮ ਹੁੰਦੇ ਨੇ ਨਾ ਬੱਚਾ ਬੜੇ ਪਿਆਰ ਨਾਲ ਲਿਖ ਕੇ ਆਉਂਦਾ ਹੈ, ਸਵਾਲਾਂ ਦੇ ਜਵਾਬ ਦੇ ਕੇ ਆਉਂਦਾ ਹੈ ਪੇਪਰ ਦੇ ਵਿੱਚ।
जिस दिन अध्यापक उस बच्चे का पेपर चैक करता है तो बच्चा ये नहीं कहता भी अरदास करके भी अपने अध्यापक नूं भी मेरे अध्यापक जी, मेरे मास्टर जी, मेरे टीचर जी मैनू इन्ने नंबर दे दिओ। मतलब टीचर खुश होकर नंबर देंदा है क्योंकि बच्चे ने सोहना वर्क किया है, बच्चे ने चंगी मेहनत की हुंदी है। अध्यापक उहदी मेहनत नूं मद्दे नज़र रखदिआं उहनूं सोहणे नंबर दे के, चंगे नंबर दे के पास करदा है। ते कुछ इहो जिहे भी हुंदे ने जिन्हां ने कीता भी कुछ नहीं हुंदा ते अध्यापक दुखी होया उन्हां नूं फेल भी करदा है। उन्हां नूं फेल भी कीता जांदा है, उन्हां नूं आख्या जांदा भी तुहाडे अंदर क्वालिटी कोई नहीं है, तुहाडे अंदर तो गुण ही कोई नहीं है जिहड़ा चाहीदा सी। मेहनती बच्चे ने मेहनत कर दित्ती है, उद्यम कर लिया, उहदे तो बाद अध्यापक दी मर्जी जिहड़ी है वो बख्शिशां दे नाल, वो चंगे नंबरां दे नाल बच्चे दी झोली भर दिंदा है। बशर्त है भी बच्चे ने लिखिया वधिया होवे। सतगुरु महाराज दी बाणी आखदी तेरा जीवन चंगा होवे, बख्शिशां दे नाल झोली भरन वाला वो तां तैयार बैठा है, बस तेरे जीवन दे विच किते ना किते गड़बड़ है, तेरे सुभाਅ दे विच किते ना किते प्रॉब्लम है, तेरी सुरत विंगी टेढ़ी होण करके किते ना किते प्रॉब्लम जिहड़ी आ रही है। तेरा जिहड़ा बर्तन विंगा टेढ़ा है ये तां टुट्टा भज्जा लैके तुरिया फिरदा है, वस्तु पै भी जांदी ते टिकदी भी नहीं गी। गरीब नवाज पातशाह महाराज कहंदे ओहदी आस रख जिन्हें तेनू बख्शिशां देणियां, ओहदे अगे सजदा कर जिन्हें तेरे ते मेहर करनी है, तेरे ते किरपा करके ते तैनू सोहना जीवन जीवना देना है। वो उस मालिक दा आके ते दर पकड़, ओहदा पल्ला पकड़, ओहदे दर नूं कदे छड्ड ना, किसी होर दी आस ना रखिया कर। जदों बंदा होर दी आस रखदा ना, इनू महाराज दी बाणी ने आख्या धिग तिन्हां दा जीविया जिन्हां विडाणी आस, जिन्हां ने आस ही बेगानी ला लई है। जदों औलाद बेगानी आस ला लवे ते मां बाप दा ध्यान ना देवे, उदों समझो भी गड्डी लीह तो लथ गई है, भटक गई है, उदों बैलेंस विगड़ चुकिया जीवन का। ते जदों अपने कादर नूं भुल के बंदा किसी मनुख की आस ला लवे, जिन्हों के बाणी ने आख्या मानुख की टेक बृथी सब जान देवन को एक है भगवान। सरीरक तौर ते कोई डिगदा होवे ते उन्हों आसरा दे देना, उहदी आस लै लैनी, उहदा सहारा लै लेना। इनू बाणी ने यह नहीं आख्या भी तुसी किसी का सहारा नहीं लै सकते। कोई बजुर्ग है तो वह अपना हाथ वधा के किसी नौजवान नूं आखे कि मैनू सहारा देवी, इनू ये नहीं आख्या कि तू क्यों टेक लै रहा, क्यों सहारा लै रहा। जदों असी धार्मिक तौर ते आस्था रखते हैं, चौंकड़ा मार के अखां बंद करके हथ विच माला पकड़ के तरह तरह के धर्म के नाम ते पखंड करन वाले बंदे ऐसा पखंड करके जदों कहंदे ना मेरी ते ओहदे ते आस्था है, मेरी तां ओहदे ते आस है, ते ऐसे धर्मियां नूं तां गुरु ने ते रब ने भी परवाह नहीं कीता। उन्हां कहा तू आस्था इदां दी ना रखिया कर, तू उद्यमशील बन, आप मेहनती बन, हिम्मत कर, थोड़ा जिहा अपने शरीर नूं दुख देण दी कोशिश कर, थोड़ा जिहा वर्क करया कर जिहदे नाल तू अपने पेट तक प्रशादा पहुंचा सकें। तू तां इन्ना वेलड़ ते आलसी बन चुका, वो भी समा आ जाएगा जदों तेरे मूँह तक प्रशादा भी कोई दूजा लैके आवेगा। इन्नी भी आस ना बेगानी रख। तेरे नालों तक कूकर बड़ा सियाणा, उन्होंने पता है भी मैं बेगानी आस ते नहीं जीवना, मैं मालिक दा होके जीवांगा तां मेरी कदर होवेगी। मालिक मेरी कदर तां करेगा जे मैं मालिक दे दर ते रवांगा। एक घटना का जिक्र करदा जावां, भाई नंद लाल सिंह जी दे बारे ये बड़ी प्यारी घटना आउंदी है। भाई नंद लाल सिंह गुरु के प्यारे सिख, साहिब कमाल दशमेश पिता गुरु कलगीधर पिता महाराज जमुना दे किनारे ते ने ते हथ विच एक पत्थर पकड़िया ते तां नूं सुੱਟਦੇ ने ते हथ विच फिर उहनूं पकड़ लैंदे ने, उहनूं फिर कैच कर लैंदे ने हथ विच। एकदम पत्थर उछालिया ते पत्थर जाके पानी विच डिग गया ते महाराज ने सवाल किया नाल दे सिखां नूं
ਸਵਾਲ ਬੜਾ ਕਮਾਲ ਦਾ ਸੀ। ਗਰੀਬ ਨਵਾਜ ਪਾਤਸ਼ਾਹ ਨੇ ਸਾਰੇ ਸਿੱਖਾਂ ਸਾਹਮਣੇ ਨੇ ਤੇ ਇਸ ਕੌਤਕ ਨੂੰ ਵੇਖ ਰਹੇ ਨੇ। ਮਹਾਰਾਜ ਹੱਥ ਵਿੱਚ ਪੱਥਰ ਚੁੱਕਿਆ ਤਾਂ ਸੁੱਟਦੇ ਨੇ, ਡਿੱਗ ਪੈਂਦਾ ਹੱਥ ਵਿੱਚ ਆ ਕੇ, ਇੱਕਦਮ ਤਾਂ ਸੁੱਟਿਆ ਤੇ ਪਾਣੀ ਵਿੱਚ ਜਾ ਡਿੱਗਾ ਤੇ ਪਾਣੀ ਵਿੱਚ ਡਿੱਗਦਿਆਂ ਸਾਰ ਡੁੱਬ ਗਿਆ। ਮਹਾਰਾਜ ਨੇ ਸਵਾਲ ਕੀਤਾ ਸਾਰੇ ਸਿੱਖਾਂ ਨੂੰ, ਵਾਰੀ ਵਾਰੀ ਸਵਾਲ ਹੋਇਆ, ਕਹਿਣ ਲੱਗੇ ਵੀ ਤੁਸੀਂ ਦੱਸੋ, ਤੁਸੀਂ ਦੱਸੋ। ਵਾਰੀ ਵਾਰੀ ਜਵਾਬ ਦਿੱਤਾ ਸਾਰਿਆਂ ਨੇ। ਗਰੀਬ ਨਵਾਜ ਨੇ ਪੁੱਛਿਆ ਵੀ ਇਹ ਪੱਥਰ ਡੁੱਬਿਆ ਕਿਉਂ ਹੈ? ਕਿਸੇ ਨੇ ਜਵਾਬ ਦਿੱਤਾ, ਮਹਾਰਾਜ ਪੱਥਰ ਛੋਟੇ ਤੋਂ ਛੋਟਾ ਵੀ ਹੋਵੇ ਤੇ ਇਹ ਪਾਣੀ ਵਿੱਚ ਡੁੱਬ ਜਾਂਦਾ ਹੈ। ਤੇ ਕਿਸੇ ਨੇ ਇਉਂ ਵੀ ਜਵਾਬ ਦਿੱਤਾ ਵੀ ਮਹਾਰਾਜ ਤੁਸੀਂ ਇਹਨੂੰ ਬਾਰ-ਬਾਰ ਉਛਾਲ ਰਹੇ ਸੀ ਤੇ ਇੱਕਦਮ ਉਚਾਈ ਵਿੱਚ ਜਾਣ ਕਰਕੇ ਇਹ ਡੁੱਬ ਗਿਆ ਹੈ, ਇਹਦਾ ਬੈਲੈਂਸ ਵਿਗੜ ਗਿਆ ਤਾਂ ਜਾ ਕੇ ਡੁੱਬ ਗਿਆ। ਸਾਰਿਆਂ ਤੋਂ ਸਵਾਲ ਦਾ ਜਵਾਬ ਮੰਗਦਿਆਂ ਭਾਈ ਨੰਦ ਲਾਲ ਸਿੰਘ ਦੀ ਵਾਰੀ ਆਈ ਤੇ ਗਰੀਬ ਨਵਾਜ ਨੇ ਪੁੱਛਿਆ ਵੀ ਭਾਈ ਨੰਦ ਲਾਲ ਸਿੰਘ ਤੁਸੀਂ ਦੱਸੋ ਇਹ ਪੱਥਰ ਡੁੱਬਿਆ ਕਿਉਂ? ਤੇ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੈਨੂੰ ਇਹ ਤਾਂ ਪਤਾ ਨਹੀਂ ਵੀ ਇਹ ਪੱਥਰ ਨਿੱਕੇ ਤੋਂ ਨਿੱਕਾ ਪਾਣੀ ਵਿੱਚ ਡੁੱਬ ਜਾਂਦਾ ਹੈ, ਇਹ ਵੀ ਨਹੀਂ ਮੈਨੂੰ ਪਤਾ ਵੀ ਉਚਾਈ ਕਿੰਨੀ ਵੱਲ ਨੂੰ ਗਿਆ ਹੈ, ਪਰ ਮੈਨੂੰ ਇੰਨਾ ਕੁ ਜ਼ਰੂਰ ਪਤਾ ਹੈ ਵੀ ਮਹਾਰਾਜ ਜਿਹੜਾ ਤੁਹਾਡੇ ਹੱਥਾਂ ਵਿੱਚੋਂ ਨਿਕਲ ਗਿਆ ਨਾ, ਜਿਹੜਾ ਤੁਹਾਨੂੰ ਛੱਡ ਕੇ ਵਿਛੜ ਗਿਆ, ਦੂਰੀ ਤੇ ਜਾਣ ਦੀ ਕੋਸ਼ਿਸ਼ ਕਰੇਗਾ, ਉਹ ਡੁੱਬੇਗਾ ਹੀ ਡੁੱਬੇਗਾ, ਉਹ ਕਦੀ ਤਰੇਗਾ ਨਹੀਂ। ਔਰ ਇਸੇ ਕੜੀ ਦੇ ਵਿੱਚੋਂ ਭਾਈ ਨੰਦ ਲਾਲ ਸਿੰਘ ਨੂੰ ਮਹਾਰਾਜ ਨੇ ਇੱਕ ਸਵਾਲ ਕੀਤਾ ਸੀ, ਆ ਕੇ ਬੜੇ ਪਿਆਰ ਨਾਲ ਪ੍ਰਸੰਨਤਾ ਦੇ ਵਿੱਚ। ਭਾਈ ਨੰਦ ਲਾਲ ਸਿੰਘ ਲੰਬੀ ਸੇਵਾ ਕੀਤੀ ਹੈ ਤੁਸੀਂ, ਤੁਹਾਡੀ ਕੋਈ ਇੱਛਾ ਹੋਵੇ ਤੇ ਤੁਸੀਂ ਮੰਗ ਸਕਦੇ ਹੋ। ਤੇ ਭਾਈ ਨੰਦ ਲਾਲ ਸਿੰਘ ਨੇ ਇੱਕ ਮੰਗ ਰੱਖੀ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅੱਗੇ। ਕਹਿੰਦੇ ਮਹਾਰਾਜ ਜਦੋਂ ਮੇਰੀ ਮੌਤ ਹੋਵੇ, ਜਦੋਂ ਮੇਰਾ ਸਿਵਾ ਬਲਦਾ ਹੋਵੇ, ਜਦੋਂ ਮੇਰੀ ਚਿਖਾ ਬਲਦੀ ਹੋਵੇ, ਮੇਰੀ ਇੱਕ ਬੇਨਤੀ ਹੈ ਕਿ ਉਸ ਦਿਨ ਹਵਾ ਨਾ ਵਗਦੀ ਹੋਵੇ। ਭਾਈ ਨੰਦ ਲਾਲ ਜੀ ਨੇ ਆਪਣੀਆਂ ਗਜ਼ਲਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਜਦੋਂ ਮੰਗ ਰੱਖੀ ਹੈ ਸੱਚਾ ਪਾਤਸ਼ਾਹ ਮਹਾਰਾਜ ਉਸ ਦਿਨ ਹਵਾ ਨਾ ਵਗੇ, ਕਿਉਂਕਿ ਐਸੀਆਂ ਮੰਗਾਂ ਉਹੀ ਗੁਰਸਿੱਖ ਰੱਖਦੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇੱਕ ਦਾ ਹੋ ਕੇ ਬਤੀਤ ਕੀਤੀ ਹੁੰਦੀ ਹੈ, ਜਿਨ੍ਹਾਂ ਨੇ ਸਾਰਾ ਜੀਵਨ ਇੱਕ ਦੇ ਚਰਨਾਂ ਵਿੱਚ ਭੇਟ ਕੀਤਾ ਹੁੰਦਾ ਹੈ। ਮੈਂ ਪਹਿਲੋਂ ਅਰਜ਼ ਕੀਤੀ ਸੀ, ਸਮਾਜ ਵਿੱਚ ਉਹੀ ਔਰਤ ਸ਼ੋਭਾ ਪਾਉਂਦੀ ਹੈ ਜਿਹੜੀ ਆਪਣੇ ਪਤੀ ਵਰਤਾ ਧਰਮ ਦੇ ਵਿੱਚ ਰਹਿੰਦੀ ਹੈ, ਉਹਦੀ ਸ਼ੋਭਾ ਹੁੰਦੀ ਹੈ, ਉਹਨੂੰ ਲੋਕ ਸਤਿਕਾਰ ਦਿੰਦੇ ਨੇ, ਬੜੀ ਇੱਜ਼ਤਦਾਰ ਹੈ, ਬੜੀ ਸੰਸਕਾਰਾਂ ਵਾਲੀ ਹੈ, ਬੜੀ ਪੜ੍ਹੇ ਲਿਖੇ ਤੇ ਸਮਝਦਾਰ ਖਾਨਦਾਨ ਦੀ ਹੈ, ਬੜੇ ਉੱਚੇ ਸੁੱਚੇ ਇਖਲਾਕ ਤੇ ਕਿਰਦਾਰ ਦੀ ਮਾਲਕ ਹੈ, ਬੜੇ ਧਰਮੀ ਗੁਣਾਂ ਵਾਲੀ ਧੀ ਹੈ, ਨੇਕ ਹੈ। ਇਸ ਕਰਕੇ ਇਹਨਾਂ ਗੱਲਾਂ ਦੇ ਨਾਲ ਲੋਕ ਉਸ ਸੁਹਾਗਣ ਔਰਤ ਨੂੰ ਸੰਬੋਧਨ ਹੁੰਦੇ ਨੇ ਜਿਹੜੀ ਸਾਰੀ ਜ਼ਿੰਦਗੀ ਆਪਣੇ ਪਤੀ ਵਰਤਾ ਧਰਮ ਦੇ ਵਿੱਚ ਗੁਜ਼ਾਰ ਦਿੰਦੀ ਹੈ। ਇਹ ਵਡਿਆਈ ਉਸ ਔਰਤ ਦੀ ਹੁੰਦੀ ਹੈ। ਤੇ ਜਿਹੜੀ ਆਪਣੇ ਮਿਸ਼ਨ ਤੋਂ ਹੀ ਭਟਕ ਜਾਵੇ, ਜਿਹੜੀ ਆਪਣੇ ਪਤੀ ਦੇ ਗੁਣਾਂ ਨੂੰ ਭੁੱਲ ਕੇ ਕਿਧਰੇ ਭਟਕ ਜਾਵੇ, ਉਹਨੂੰ ਸਮਾਜ ਦੇ ਲੋਕ ਓਪਰੀਆਂ ਨਜ਼ਰਾਂ ਨਾਲ ਤੱਕਦੇ ਨੇ, ਕਈ ਸ਼ਬਦ ਉਹਦੇ ਨਾਲ ਜੋੜ ਦਿੰਦੇ ਨੇ। ਖੈਰ, ਭਾਈ ਨੰਦ ਲਾਲ ਸਿੰਘ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਉਸ ਦਿਨ ਹਵਾ ਨਾ ਵਗੇ ਜਦੋਂ ਮੇਰਾ ਸੰਸਕਾਰ ਹੋਵੇ। ਮਹਾਰਾਜ ਕਹਿੰਦੇ ਭਾਈ ਨੰਦ ਲਾਲ ਸਿੰਘ ਇਹ ਕਿਹੋ ਜਿਹੀ ਮੰਗ ਹੈ? ਕਹਿੰਦਾ ਗਰੀਬ ਨਵਾਜ ਇਸ ਕਰਕੇ ਮੈਂ ਕਹਿ ਰਿਹਾ ਵੀ ਉਸ ਦਿਨ ਹਵਾ ਨਹੀਂ ਵਗਦੀ ਹੋਣੀ ਚਾਹੀਦੀ, ਕਿਉਂਕਿ ਸਾਰੀ ਜ਼ਿੰਦਗੀ ਤੁਹਾਡੇ ਚਰਨਾਂ ਵਿੱਚ ਰਹਿ ਕੇ ਬਤੀਤ ਕੀਤੀ ਹੈ। ਮੈਂ ਨਹੀਂ ਚਾਹੁੰਦਾ ਵੀ ਜਦੋਂ ਮੇਰਾ ਸਿਵਾ ਬਲ ਰਿਹਾ ਹੋਵੇ, ਮੇਰੀ ਚਿਖਾ ਬਲ ਰਹੀ ਹੋਵੇ ਤੇ ਹਵਾ ਵਗੇ ਤੇ ਮੇਰੇ ਸਿਵੇ ਦੀ ਰਾਖ ਕਿਸੇ ਹੋਰ ਦੇ ਦਰ ਤੇ ਜਾ ਕੇ ਉੱਡ ਕੇ ਚਲੀ ਜਾਵੇ। ਇਹ ਮੈਂ ਨਹੀਂ ਚਾਹੁੰਦਾ। ਮੈਂ ਚਾਹੁੰਦਾ ਵੀ ਸਾਰੀ ਜ਼ਿੰਦਗੀ ਜੇ ਤੁਹਾਡੇ ਕਦਮਾਂ ਦੇ ਵਿੱਚ ਬਤੀਤ ਕਰ ਦਿੱਤੀ, ਸੱਚੇ ਪਾਤਸ਼ਾਹ ਮੇਰਾ ਆਖਰੀ ਸਮਾਂ ਤੇ ਆਖਰੀ ਸੰਸਕਾਰ ਵੀ ਤੁਹਾਡੇ ਚਰਨਾਂ ਵਿੱਚ ਹੀ ਹੋਣਾ ਚਾਹੀਦਾ ਹੈ। ਕਿੱਡੀ ਵੱਡੀ ਮੰਗ ਹੈ। ਇਹ ਕੈਸੇ ਗੁਰਸਿੱਖ ਹੋਣਗੇ ਜਿਹੜੇ ਕਹਿੰਦੇ ਸਾਡੇ ਤਨ ਦੀ ਰਾਖ ਵੀ ਕਿਸੇ ਦੇ ਦੂਜੇ ਦੇ ਦਰਵਾਜ਼ੇ ਤੇ ਨਾ ਜਾਵੇ। ਭਗਤ ਫਰੀਦ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਆਖਿਆ, ਕਹਿੰਦੇ ਜੇ ਮੈਨੂੰ ਕਿਸੇ ਦੂਜੇ ਦਾ ਦਰਵਾਜ਼ਾ ਖੜਕਾਉਣਾ ਪਵੇ ਨਾ ਤੇ ਇਹਦੇ ਤੋਂ ਪਹਿਲਾਂ ਮੈਂ ਮੌਤ ਦਾ ਮੂੰਹ ਵੇਖ ਲਵਾਂ ਤੇ ਮੈਨੂੰ ਉਹ ਚੰਗਾ ਹੈ।
ਜੇ ਮੈਨੂੰ ਹੇ ਪਰਮੇਸ਼ਰ ਵਾਹਿਗੁਰੂ ਤੇਰਾ ਦਰ ਛੱਡ ਕੇ ਕਿਸੇ ਹੋਰ ਦੇ ਦਰਵਾਜ਼ੇ ਤੇ ਭਟਕਣਾ ਪਵੇ, ਤੇ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਜਾਂ ਗੁਰੂ ਅਰਜਨ ਸਾਹਿਬ ਸੱਚਾ ਪਾਤਸ਼ਾਹ ਮਹਾਰਾਜ ਇਹ ਵੀ ਬਾਣੀ 'ਚ ਆਖਦੇ ਨੇ, ਜਿਹੜਾ ਦਰ ਤੇ ਰਹਿ ਗਿਆ, ਜਿਹੜਾ ਇੱਕ ਦੀ ਆਸ ਰੱਖ ਕੇ ਜੀਵੇਗਾ, ਅਸਲ ਵਿੱਚ ਬਚੇਗਾ ਹੀ ਉਹ ਜਿਹਨੇ ਇੱਕ ਦੀ ਆਸ ਨਹੀਂ ਨਾ ਧਾਰੀ। ਐਗਜ਼ਾਮਪਲ ਬੜੀ ਪਿਆਰੀ ਗੁਰੂ ਅਰਜਨ ਸਾਹਿਬ ਜੀ ਨੇ ਦਿੱਤੀ ਹੈ। ਕਹਿੰਦੇ ਜਦੋਂ ਚੱਕੀ ਚੱਲਦੀ ਹੈ ਨਾ, ਚੱਕੀ ਦੇ ਪੁੜਾਂ ਦੇ ਹੇਠ ਆ ਕੇ ਦਾਣੇ ਪੀਸ ਰਹੇ ਨੇ ਤੇ ਉਹਨਾਂ ਦਾ ਆਟਾ ਬਣ ਜਾਂਦਾ ਹੈ। ਇਸ ਤਰ੍ਹਾਂ ਧੁਰੀ ਹੈ ਤੇ ਉਹਦੇ ਆਲੇ ਦੁਆਲੇ ਪੁੜ ਘੁੰਮਦਾ ਹੈ। ਜਦੋਂ ਪੁੜ ਘੁੰਮਦੇ ਹੈ ਤੇ ਉਹਦੇ ਥੱਲੇ ਆਟਾ ਬਣਦਾ ਜਾ ਰਿਹਾ। ਇਹ ਜਿਹੜੀ ਧੁਰੀ ਹੁੰਦੀ ਹੈ, ਕੇਂਦਰ ਹੁੰਦਾ ਹੈ ਉਸ ਸਾਰੀ ਚੱਕੀ ਦਾ। ਇਸ ਕੇਂਦਰ ਦੇ ਆਲੇ ਦੁਆਲੇ ਘੁੰਮਦੇ ਨੇ ਪੁੜ, ਵਿੱਚ ਆਟਾ ਬਣਦਾ ਜਾ ਰਿਹਾ ਦਾਣਿਆਂ ਦਾ। ਜਿਹੜੇ ਦਾਣੇ ਇਸ ਧੁਰੀ ਦੇ ਨਾਲ ਜੁੜ ਜਾਂਦੇ ਨੇ ਉਹ ਬਚ ਜਾਂਦੇ ਨੇ, ਬਾਕੀ ਪੁੜਾਂ ਥੱਲੇ ਆ ਕੇ ਪੀਸ ਜਾਂਦੇ ਨੇ। ਜਿਹੜੇ ਜੁੜ ਗਏ ਮੂਲ ਦੇ ਨਾਲ, ਜਿਹੜੇ ਜੁੜ ਗਏ ਆਪਣੀ ਏਕਤਾ ਬਣਾ ਕੇ ਇੱਕ ਮਾਲਕ ਦੇ ਨਾਲ, ਉਹਨਾਂ ਦਾ ਮਾਲਕ ਕੀ ਹੈ? ਧੁਰਾ ਹੈ। ਮਨੁੱਖ ਦਾ ਮਾਲਕ ਧੁਰਾ ਪਰਮਾਤਮਾ ਵਾਹਿਗੁਰੂ ਹੈ। ਜੇ ਤਾਂ ਉਸ ਮਾਲਕ ਦੇ ਆਸਰੇ ਜੀਵਨ ਬਤੀਤ ਕਰਦਾ ਹੈ, ਫਿਰ ਤਾਂ ਸਮਝੋ ਵੀ ਆਸ ਇੱਕ ਦੀ ਰੱਖ ਕੇ ਜਿਉ ਰਿਹਾ। ਤੇ ਜੇ ਐਵੇਂ ਥਾਂ ਥਾਂ ਤੇ ਆਸਾਂ ਲਾ ਕੇ ਬਹਿ ਗਿਆ, ਬੁੱਧਵਾਰ ਐਸ ਥਾਂ ਤੇ, ਵੀਰਵਾਰ ਐਸ ਥਾਂ ਤੇ, ਐਤਵਾਰ ਐਸ ਥਾਂ ਤੇ, ਫਿਰ ਸਮਝੋ ਵੀ ਬੰਦਾ ਭਟਕ ਚੁੱਕਿਆ। ਇਹਨੂੰ ਬਾਣੀ ਨੇ ਆਖਿਆ, ਖਸਮ ਛੋੜ ਦੂਜੇ ਲੱਗਣ ਡੂਬੇ ਸੇ ਵਣਜਾਰਿਆ। ਇਹਨੂੰ ਮਹਾਰਾਜ ਦੀ ਬਾਣੀ ਆਖਦੀ, ਜਿਹਨੇ ਖਸਮ ਨੂੰ ਹੀ ਛੱਡ ਦਿੱਤਾ, ਖਸਮ ਦੀ ਟੇਕ ਹੀ ਛੱਡ ਦਿੱਤੀ, ਉਹ ਤਰੇਗਾ ਵੀ ਕਿਵੇਂ? ਉਹ ਤਾਂ ਡੁੱਬੇਗਾ ਹੀ ਡੁੱਬੇਗਾ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣਜਾਰਿਆ। ਸਤਿਗੁਰੂ ਹੈ ਬੋਏ ਥਾ ਵਿਰਲੇ ਕਿਨੇ ਵਿਚਾਰਿਆ। ਗੁਰੂ ਤਾਂ ਜਹਾਜ਼ ਹੈ, ਤੇ ਜਿਹੜਾ ਗੁਰੂ ਦੇ ਜਹਾਜ਼ ਵਿੱਚ ਬੈਠ ਜਾਂਦਾ ਉਹ ਕਦੀ ਡੁੱਬੇਗਾ ਨਹੀਂ, ਉਹ ਤਰੇਗਾ। ਤੇ ਜਿਹੜਾ ਗੁਰੂ ਦੇ ਜਹਾਜ਼ ਵਿੱਚੋਂ ਉਤਰ ਕੇ ਛੋਟੀਆਂ ਛੋਟੀਆਂ ਬੇੜੀਆਂ ਦਾ ਆਸਰਾ ਲੈਣ ਲੱਗਾ, ਜਿਨ੍ਹਾਂ ਦੇ ਵਿੱਚ ਪਹਿਲਾਂ ਹੀ ਬੜੇ ਛੇਕ ਸੀ, ਉਹ ਤਾਂ ਡੁੱਬੇਗਾ ਹੀ। ਉਹ ਤਾਂ ਉਸ ਬੇੜੀ ਵਿੱਚ ਅਸਵਾਰ ਹੋ ਗਿਆ ਜਿਸ ਬੇੜੀ ਦੇ ਵਿੱਚ ਪਹਿਲਾਂ ਛੇਕ ਸੀ, ਪਾਣੀ ਪੈਣਾ ਹੀ ਪੈਣਾ ਸੀ, ਬੇੜੀ ਨੇ ਡੁੱਬਣਾ ਹੀ ਡੁੱਬਣਾ ਸੀ। ਔਰ ਡੁੱਬਦੀਆਂ ਨੇ ਬੇੜੀਆਂ। ਉਹ ਬੜੇ ਬੜੇ ਇਕੱਠਾਂ ਵਾਲੀਆਂ ਬੇੜੀਆਂ ਡੁੱਬ ਗਈਆਂ। ਅੱਜ ਉਹ ਬੇੜੀਆਂ ਕਿਧਰੇ ਭਾਲਿਆ ਨਹੀਂ ਲੱਭਦੀਆਂ, ਜਿਹੜੀਆਂ ਕਹਿੰਦੀਆਂ ਸੀ ਸਾਡੀ ਅੰਤਰਯਾਮਤਾ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਅੱਜ ਉਹ ਬੇੜੀਆਂ, ਜਿਨ੍ਹਾਂ ਬੇੜੀਆਂ ਵਿੱਚ ਲੋਕ ਸਵਾਰ ਹੋ ਕੇ ਕਹਿੰਦੇ ਸੀ ਵੀ ਪਿਤਾ ਜੀ ਤੋਂ ਬਿਨਾਂ ਕੋਈ ਵਿਚਾਰ ਨਹੀਂ ਚੰਗਾ ਦੇ ਸਕਦਾ, ਪਿਤਾ ਜੀ ਤਾਂ ਅੰਤਰਜਾਮੀ ਨੇ, ਜਿਹੜੀ ਚੀਜ਼ ਨੂੰ ਪਿਤਾ ਜੀ ਹੱਥ ਲਾ ਦੇਣ ਉਹ ਪਵਿੱਤਰ ਹੋ ਜਾਂਦੀ ਹੈ। ਅੱਜ ਉਹਨਾਂ ਦੇ ਪਿਤਾ ਜੀ ਨੇ ਜੇਲ੍ਹ ਦੀਆਂ ਸਲਾਖਾਂ ਨੂੰ ਵੀ ਪਵਿੱਤਰ ਕਰ ਛੱਡਿਆ। ਨਿੱਕੀਆਂ ਨਿੱਕੀਆਂ ਬੇੜੀਆਂ ਜਿਨ੍ਹਾਂ 'ਚ ਛੇਕ ਨੇ, ਡੁੱਬ ਜਾਂਦੀਆਂ ਨੇ। ਪਰ ਇਹ ਗੁਰੂ ਦਾ ਏਡਾ ਵੱਡਾ ਜਹਾਜ਼ ਤੇ ਗੁਰੂ ਦਾ ਏਡਾ ਵੱਡਾ ਬੇੜਾ, ਜਿਹੜਾ ਇਸ ਬੇੜੇ 'ਚ ਸਵਾਰ ਹੋ ਜੇ ਕਦੇ ਡੁੱਬਦਾ ਨਹੀਂ, ਉਹ ਤਾਂ ਤਰ ਜਾਂਦਾ ਹੈ। ਗਰੀਬ ਨਵਾਜ਼ ਪਾਤਸ਼ਾਹ ਨੇ ਇਸ ਸ਼ਲੋਕ ਦੇ ਰਾਹੀਂ ਸ਼ੇਖ ਫਰੀਦ ਸਾਹਿਬ ਦੀ ਰਸਨਾ ਦੇ ਦੁਆਰਾ ਜਿਹੜਾ ਉਚਾਰਨ ਕੀਤਾ ਸ਼ਲੋਕ ਹੈ, ਆਖਿਆ ਵੀ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ। ਸਿਆਲ ਦੀਆਂ ਜਿਵੇਂ ਵੱਡੀਆਂ ਰਾਤਾਂ ਹੁੰਦੀਆਂ ਨੇ ਤੇ ਬੰਦਾ ਪਾਸੇ ਲੈਂਦਿਆਂ ਗੁਜ਼ਾਰਦਾ ਹੈ, ਐਨ ਸਰੀਰ ਆਕੜ ਜਾਂਦਾ ਹੈ, ਥੱਕ ਜਾਂਦਾ ਹੈ ਸੌ ਸੌ ਕੇ। ਧੁੱਖ ਧੁੱਖ ਉੱਠਣ ਪਾਸ। ਪਾਸ ਦਾ ਅਰਥ ਹੈ ਪਾਸੇ ਅੱਕ ਜਾਂਦੇ ਨੇ ਬੰਦੇ ਦੇ, ਲੰਮੇ ਪੈ ਪੈ ਕੇ। ਇੰਨਾ ਲੰਬਾ ਸਮਾਂ ਉਡੀਕ ਕਰਦਾ ਦਿਨ ਕਦੋਂ ਚੜ੍ਹੇ, ਤੇ ਕਿਸੇ ਦੂਜੇ ਦੀ ਲੰਬੀ ਆਸ ਲਾ ਕੇ ਇਹ ਜੀਵਨ ਜਿਉਣਾ। ਫਰੀਦ ਸਾਹਿਬ ਕਹਿੰਦੇ ਤਰਕਾਰ ਹੈ ਐਸੇ ਜੀਵਨ ਨੂੰ, ਫਟਕਾਰ ਐਸੇ ਜੀਵਨ ਨੂੰ ਜਿਹੜਾ ਬੇਗਾਨੀ ਆਸ ਤੇ ਜਿਉਂਦਾ ਹੈ, ਜਿਹੜਾ ਕਿਸੇ ਪਰਾਏ ਦੀ ਆਸ ਤੇ ਜਿਉਂਦਾ ਹੈ, ਜਿਹੜਾ ਆਪਣੇ ਨੂੰ ਛੱਡ ਕੇ, ਮਾਲਕ ਦੀ ਆਸ ਛੱਡ ਕੇ ਕਿਸੇ ਹੋਰ ਦੀ ਆਸ ਕਮਾਉਂਦਾ ਹੈ। ਕਹਿੰਦੇ ਐਸੇ ਜੀਵਨ ਨੂੰ ਫਟਕਾਰ ਯੋਗ ਜੀਵਨ ਆਖਿਆ ਜਾਂਦਾ। ਤਿੱਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ, ਜਿਨ੍ਹਾਂ ਨੇ ਆਸ ਹੀ ਬੇਗਾਨੀ ਲਾ ਲਈ ਹੈ, ਜਿਨ੍ਹਾਂ ਨੇ ਕਿਸੇ ਦੂਜੇ ਤੇ ਡਿਪੈਂਡ ਹੋ ਕੇ ਜਿਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਸਤਿਗੁਰੂ ਸੱਚਾ ਪਾਤਸ਼ਾਹ ਮਹਾਰਾਜ ਨੇ ਇਸ ਸ਼ਲੋਕ ਦੇ ਰਾਹੀਂ ਜਿਹੜੀ ਤਤ ਭਾਵ ਦੀ ਗੱਲ ਦਿੱਤੀ ਹੈ, ਉਹ ਇਹ ਦਿੱਤੀ ਵੀ ਤੂੰ ਉਦਮਸ਼ੀਲ ਹੋ, ਕਾਰਜਸ਼ੀਲ ਹੋ, ਸਦਾ ਐਕਟਿਵ ਰਹਿ, ਮਾਲਕ ਵਾਹਿਗੁਰੂ ਦੇ ਗੁਣਾਂ ਨਾਲ ਸਾਂਝ ਬਣਾਇਆ ਕਰ, ਉਹਦੇ ਸ਼ੁਕਰ ਤੇ ਉਹਦੇ ਸ਼ੁਕਰਾਨੇ ਦੇ ਵਿੱਚ ਜੀਵਨ ਨੂੰ ਜਿਉਇਆ ਕਰ। ਤੇ ਨਾਲ ਨਾਲ ਇੱਕ ਗੱਲ ਦਾ ਚੇਤਾ ਰੱਖਿਆ ਕਰ, ਮੈਂ ਬੇਗਾਨੀ ਆਸ ਤੇ ਨਹੀਂ ਜਿਉਣਾ, ਮੈਂ ਤਾਂ ਇੱਕੋ ਦੀ ਆਸ ਕਮਾਉਣੀ ਹੈ।
मानुख की टेक बृथी सब जान, देवन को एक है भगवान। एक भगवान दे आसरे जी, एक मालक वाहिगुरु दे आसरे जीवना शुरू कर। किधरे बेगानियां आसां ते ना जीया कर। बेगानी आस ते जीवन वाले तां तरदे नहीं, डुब जाते ने। मालक दी आस ला के जीवन वाले कदे डुबदे नहीं, वो तर जाते ने। आओ सारे आपो अपने मनां दे अंदर झात मार के अपने निज नूं पढ़दे हां, अपनी सुरत दे विच अंतरात्मे नूं पढ़दे हां। ध्यान विच रखना, अपनी सुरत नूं पढ़ के ये विचार करनी। असीं ये नहीं कहना भी फलाना दूजे की आस ला के बैठा है, कोई धागे तवीतां वाले की आस ला के बैठा है, कोई डेरियां की आस ला के बैठा है, कोई मिट्टी दियां ढेरियां। मिट्टी दियां ढेरियां मतलब ममटियां बनियां जेड़ियां, जगह बनियां जेड़ियां मटियां बनियां ने, कोई ओदी आस ला के बैठा है। बखरे बखरे थावां दी आस ला के बैठा है। कोई मर चुके बजुर्गों दी मटियां बना के पूजी जाता है। आसां है ना किते बंदे दियां। ये दो तरह के लोग पूजा करते हैं। मैं विस्तार दे नाल अगलेरे दीवान च सांझ करांगा। दो तरह के लोग मटियां नूं जां भरमां पखंडां दे विच पै के इन्हां चीज़ां नूं पूजदे ने। किहड़े लोग ने? एक तां वो लोग ने जिहड़े अगियानी ने, एक वो लोग ने जिहड़े डरे होए ने, ते एक वो लोग ने जिहड़े आस ला के कर रहे ने पूजा प्रतिष्ठा भी कुछ प्राप्त हो जाए। खैर इस गल का विस्तार आपां अगले दीवाना विच करांगे, गुरु रहमत करे। असी एक दी आस ला के जीवना ते एक दे कोलों प्राप्ति करनी है, नाम दे धन दी। क्योंकि सतगुर सिख को नाम धन दे गुर का सिख, वड भागी हे सतगुर सिख का हलत पलत सवारे, नानक सतगुर सिख को जी नाल संभारे। ये गुरु है सिख दी जिहड़ा संभाल करदा है। गुरु दे दर तो कदी खाली नहीं मुड़दा। गुरु दे दर तो नाम दी दात दी प्राप्ति हुंदी है। ये झोली विच नाम दी दात केवल गुरु पा सकदा है। बाकी पखंडी ते कर्मकांडी हज़ारां लोग अजय मिल जाणगे, जिहड़े तुहानूं नाम भी वंडणगे, जिहड़े तुहाडे दुख भी दूर करनगे, जिहड़े कंन विच फूक मार के इउं भी आखणगे भी जा तेरे कारज सुध हो जाणगे। बड़े लोग हत्थां दीयां रेखावां वेख के तुहाडे फ्यूचर बारे दसणगे, पर माफ़ करना जिन्हां दे हत्थ ही नहीं हैगे उन्हां दीयां रेखा कौन वेखेगा। ये बहुत सारे लोग दुनिया दे अंदर ऐसे भरम भुलेखे पा के समाज नूं लुट्टण ते जोर दिंदे ने। असी इस लुੱਟ तो बच के एक दाते दा आसरा तकना है, एक दाते दे दर ते आउणा है, एक दी आस मन विच ला के जीवना। सतगुरु रहमत करन। भुल चुक दी खिमा बख्शणी। सब दा धन्नवाद।